ਹਾਲਾਤ ਅਜਿਹੇ ਨਾਜ਼ੁਕ ਬਣੇ ਕਿ ਹਰ ਕੋਈ ਘਰ ਵਿੱਚ ਰਹਿਣ ਲਈ ਹੋਇਆ ਮਜਬੂਰ। ਪਰ ਅਜਿਹੀ ਔਖੀ ਘੜੀ ਦੇ ਵਿੱਚ ਵੀ ਜੋ ਨਿਭਾ ਰਿਹਾ ਹੈ ਰਿਜ਼ਕ ਦੀ ਰਾਖੀ ਦਾ ਦਸਤੂਰ, ਉਹ ਨੇ ਸਾਡੇ ਕਿਸਾਨ, ਜਿਨ੍ਹਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ। PTC ਨਿਊਜ਼ ਦਾ ਇਹ ਖਾਸ ਉਪਰਾਲਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ, ਪਾਵਰਡ ਬਾय धानुका ਦਾ ਸੈਂਪਰਾ, ਲੈ ਹਾਜ਼ਰ ਹਾਂ ਮੈਂ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 93 195 92 96 9, ਇਸ ਉੱਤੇ ਤੁਸੀਂ WhatsApp ਕਰ ਦਿਓ ਜਾਂ ਕਾਲ ਕਰ ਦਿਓ। ਅਸੀਂ ਤੁਹਾਡੇ ਨਾਲ ਸੰਪਰਕ ਕਰਦੇ ਹਾਂ ਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੇ ਹਾਂ। ਤੇ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਡੇਅਰੀ ਫਾਰਮਿੰਗ ਨਾਲ ਜੁੜਿਆ ਹੈ ਤੇ ਇਹ COVID-19 ਦਾ ਜੋ ਅਸਰ ਦੁਧਾਰੂ ਪਸ਼ੂਆਂ ਤੇ ਹੋ ਰਿਹਾ ਹੈ ਉਸ ਨਾਲ ਜੁੜਿਆ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਨੇ ਡਾਕਟਰ ਹਰੀਸ਼ ਵਰਮਾ। ਡਾਕਟਰ ਸਾਹਿਬ ਜੀ ਆਇਆਂ ਨੂੰ। ਬਹੁਤ ਬਹੁਤ ਜੀ, ਥੈਂਕ ਯੂ। ਡਾਕਟਰ ਸਾਹਿਬ, ਇਸ ਸ਼ੋਅ ਦਾ ਜੋ ਫਾਰਮੈਟ ਹੈ, ਇਸ ਵਿੱਚ ਅਸੀਂ ਕਾਲ ਦੇ ਜ਼ਰੀਏ ਜਾਂ ਵੀਡੀਓ ਕਾਲ ਦੇ ਜ਼ਰੀਏ ਸਿੱਧਾ ਕਿਸਾਨਾਂ ਨਾਲ ਜੁੜਦੇ ਹਾਂ ਤੇ ਪਹਿਲੇ ਕਿਸਾਨ ਸਾਡੇ ਨਾਲ ਸਿੱਧਾ ਖੇਤਾਂ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਡਾਕਟਰ ਸਾਹਿਬ ਜੀ, ਅਸੀਂ ਮਾਨਸਾ ਤੋਂ ਬੋਲ ਰਹੇ ਹਾਂ। ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ। ਸਾਡੇ ਦੁਧਾਰੂ ਪਸ਼ੂ ਰੱਖੇ ਹੋਏ ਨੇ ਤੇ ਜੋ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਨਸਾਨਾਂ ਦੇ ਨਾਲ ਨਾਲ ਪਸ਼ੂਆਂ ਨੂੰ ਵੀ ਕੋਈ ਇਹਦਾ ਇਫੈਕਟ ਪੈ ਸਕਦਾ ਹੈ? ਜੇ ਇਫੈਕਟ ਪੈ ਸਕਦਾ ਤਾਂ ਪਸ਼ੂਆਂ ਨੂੰ ਕੀ ਦੇਣਾ ਚਾਹੀਦਾ ਅਤੇ ਕੋਈ ਮੈਡੀਸਨ ਵਗੈਰਾ ਸਾਨੂੰ ਦੱਸੀ ਜਾਵੇ। ਠੀਕ ਹੈ ਜੀ ਡਾਕਟਰ ਸਾਹਿਬ। ਮਾਨਸਾ ਤੋਂ ਫਾਰਮਰ ਕਹਿ ਰਹੇ ਸੀਗੇ ਕਿ ਕੋਵਿਡ ਬਾਰੇ ਪੁੱਛਣਾ ਚਾਹੁੰਦੇ। ਮੈਂ ਸਾਰੇ ਸਰੋਤਾਵਾਂ ਨੂੰ, ਸਾਰੇ ਦਰਸ਼ਕਾਂ ਨੂੰ, ਸਾਰੇ ਆਵਾਮ ਨੂੰ, ਪਸ਼ੂ ਪਾਲਕ ਕਿਸਾਨ ਵੀਰਾਂ ਨੂੰ, ਸਭ ਨੂੰ ਦੱਸਣਾ ਚਾਹੁੰਦਾ ਹੈ, ਕਰੋਨਾ ਵਾਇਰਸ ਡਿਜ਼ੀਜ਼ 19 ਇਹ ਬੰਦਿਆਂ ਤੋਂ ਬੰਦਿਆਂ ਨੂੰ ਫੈਲ ਰਹੀ ਹੈ, ਪਸ਼ੂਆਂ ਤੋਂ ਬੰਦਿਆਂ ਨੂੰ ਨਹੀਂ ਫੈਲ ਰਹੀ। ਇਹ ਇੱਕ ਭਰਮ ਹੈ, ਭ੍ਰਾਂਤੀ ਹੈ, ਅਫਵਾਹ ਹੈ, ਫਾਲਸ ਰਿਊਮਰ ਹੈ। ਇਹ ਮੰਨ ਕੇ ਚੱਲੋ ਇਹ ਪਸ਼ੂਆਂ ਤੋਂ ਬੰਦਿਆਂ ਨੂੰ ਨਹੀਂ ਫੈਲ ਰਹੀ, ਹਲੇ ਕਿ ਇਹਨੇ ਬਹੁਤ ਸੰਸਾਰ 'ਚ ਕਹਿਰ ਮਚਾਇਆ ਹੈ। ਜਦੋਂ ਸਾਡੇ ਪਸ਼ੂਆਂ 'ਚ ਬਿਮਾਰੀ ਨਹੀਂ ਹੁੰਦੀ, ਇਸ ਕਰਕੇ ਸਾਡੇ ਜਿਹੜੇ ਪਸ਼ੂ ਉਤਪਾਦ ਨੇ, ਚਾਹੇ ਉਹ ਦੁੱਧ ਹੈ, ਆਂਡੇ ਹੈ, ਮੀਟ ਹੈ, ਮੱਛੀ ਹੈ, ਉਹ ਸਾਰੇ ਸੇਫ ਨੇ, ਸੁਰੱਖਿਅਤ ਨੇ ਤੇ ਸਾਨੂੰ ਖਾਣੇ ਬਹੁਤ ਜ਼ਰੂਰੀ ਹੈ। ਕਿਉਂਕਿ COVID-19 ਜਿਹੜੀ ਬਿਮਾਰੀ ਹੈ, ਇਹਦੇ ਵਿੱਚ ਜੇ ਤੁਸੀਂ ਸਿਹਤਮੰਦ ਰਹੋਗੇ, ਸੰਸਾਰ ਜਿਹੜੀ ਸਰਕਾਰ ਵੱਲੋਂ ਦੱਸੀਆਂ ਹੋਈਆਂ ਤੁਹਾਨੂੰ ਹਿਦਾਇਤਾਂ ਹੈ, ਮਾਸਕ ਰੱਖੋ ਤੇ ਸੋਸ਼ਲ ਡਿਸਟੈਂਸਿੰਗ ਰੱਖੋ ਤਾਂ ਤੁਸੀਂ ਸਹੀ ਰਹੋਗੇ, ਬਿਮਾਰ ਨਹੀਂ ਹੋਵੋਗੇ। ਇਸ ਕਰਕੇ ਸਾਨੂੰ ਜਦੋਂ ਸਾਡੇ ਲਵੇਰਿਆਂ ਨੂੰ ਨਹੀਂ ਹੁੰਦੀ, ਸਾਡੇ ਪਸ਼ੂਆਂ ਨੂੰ ਨਹੀਂ ਹੁੰਦੀ, ਤੇ ਸਾਨੂੰ ਇਹ ਪਸ਼ੂ ਉਤਪਾਦ ਤੋਂ ਨਹੀਂ ਹੋ ਸਕਦੀ। ਦੂਜਾ, ਸਾਡਾ ਜਿਹੜਾ ਖਾਣ ਪਲਾਨ ਦਾ ਤਰੀਕਾ ਹੈਗਾ, ਜਿਸ ਹਿਸਾਬ ਨਾਲ ਅਸੀਂ ਪਕਾ ਕੇ ਖਾਂਦੇ ਹਾਂ, ਦੁੱਧ ਉਬਾਲ ਕੇ ਪੀਂਦੇ ਹਾਂ, ਸਾਨੂੰ ਬਿਮਾਰੀ ਹੋ ਹੀ ਨਹੀਂ ਸਕਦੀ। ਤੇ ਇਸ ਕਰਕੇ ਜਿਹੜੇ ਮੇਰੇ ਕਿਸਾਨ ਵੀਰ ਨੇ ਜਿਹੜਾ ਪੁੱਛਿਆ ਸੀ ਕੋਈ ਇਹਦੀ ਦਵਾਈ ਦੱਸੋ, ਦਵਾਈ ਸਿੱਧੀ ਇਹੀ ਹੈ ਕਿ ਤੁਹਾਡਾ ਜਿਹੜਾ ਕੋਈ ਕੰਮ ਹੈਗਾ, ਜਿਹੜਾ ਫਾਰਮ ਤੇ ਕੰਮ ਕਰਨ ਵਾਲਾ ਬੰਦਾ ਹੈ, ਜੇ ਉਹਨੂੰ ਬੁਖਾਰ ਹੁੰਦਾ ਹੈ ਤਾਂ ਉਹਨੂੰ ਤੁਰੰਤ ਤੁਸੀਂ ਜਿਹੜੇ ਸਿਹਤ ਅਫਸਰ ਦੇ ਨਾਲ ਸੰਪਰਕ ਕਰੋ ਤੇ ਕੱਚਾ ਦੁੱਧ ਨਾ ਪੀਓ। ਤੇ ਨਾਲ ਜਦੋਂ ਚੁਆਈ ਕਰਨੀ ਹੈ ਉਦੋਂ ਚੁਆਈ ਕਰਨ ਵਾਲਾ ਸਿਹਤਮੰਦ ਹੋਵੇ ਤੇ ਤੁਹਾਡਾ ਬਰਤਨ ਵੀ ਸਾਫ਼ ਹੋਵੇ ਤੇ ਉਹ ਦੁੱਧ ਨੂੰ ਆਪਾਂ ਠੰਡਾ ਕਰੀਏ ਤੇ ਉਹਦਾ ਇੰਤਜ਼ਾਮ ਕਰੀਏ, ਤਾਂ ਇਹ ਸਾਡਾ ਜਿਹੜਾ ਕਿ ਆਪਾਂ ਸਿਹਤਮੰਦ ਵਧੀਆ ਪਸ਼ੂ ਉਤਪਾਦ ਪੈਦਾ ਕਰੀਏ ਤੇ ਉਹ ਉਤਪਾਦ ਅਸੀਂ ਸਮਾਜ ਨੂੰ ਉਪਲਬਧ ਕਰਾਈਏ ਤਾਂ ਕਿ ਸਾਡਾ ਸਮਾਜ ਸਿਹਤਮੰਦ ਰਹੇ। ਜਿਹੜੇ ਲੋਕ ਉਹ ਪਸ਼ੂ ਉਤਪਾਦ ਖਾਣ, ਉਹਨਾਂ ਤੋਂ ਬਿਮਾਰੀਆਂ ਦੀ ਲੜਨ ਦੀ ਸ਼ਕਤੀ ਉਹਨਾਂ 'ਚ ਵਧੀਆ ਰਹੇ, ਤਾਂ ਕਿ ਅਸੀਂ ਇਸ ਬਿਮਾਰੀ ਦਾ ਸਾਹਮਣਾ ਕਰ ਸਕੀਏ। ਬਹੁਤ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਡਾਕਟਰ ਸਾਹਿਬ ਦਿੱਤੀ ਹੈ। ਮੈਨੂੰ ਲੱਗਦਾ ਹੈ ਕਿ ਕਿਸਾਨਾਂ ਤੋਂ ਇਲਾਵਾ ਹੋਰ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਸੀ ਤੇ ਉਹਦਾ ਮੈਨੂੰ ਲੱਗਦਾ ਜਵਾਬ ਤੁਸੀਂ ਬੜਾ ਬਾਖੂਬੀ ਦਿੱਤਾ ਹੈ। ਤੇ ਇੱਕ ਹੋਰ ਕਿਸਾਨ ਨੇ ਡਾਕਟਰ ਸਾਹਿਬ ਜੋ ਸਾਡੇ ਨਾਲ ਸਿੱਧਾ ਖੇਤਾਂ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਗਰਮੀ ਦਾ ਵੈਸੇ ਆਏ ਸਾਲ ਹੀ ਬੇਸ਼ੱਕ ਹੁੰਦੀ ਹੋਈ ਆ, ਪਰ ਸਭ ਤੋਂ ਵੱਡੀ ਸਮੱਸਿਆ ਜੋ ਹੈ, ਅੱਗੇ ਜਦੋਂ ਕਿਸੇ ਵੀ ਗੱਭਣ ਪਸ਼ੂ ਨੇ ਸੂਣ ਦੇ ਸਮੇਂ ਤੇ ਜਾ ਕੇ, ਚਾਹੇ ਗਾਂ ਚਾਹੇ ਮੱਝ ਕੁਛ ਵੀ ਹੁੰਦਾ, ਉਹਦੇ ਲਵੇ ਜਾ ਕੇ ਕੋਦਣਾ ਤੇ ਭਾਰ ਦੀ ਸ਼ਿਕਾਇਤ ਹੁੰਦੀ। ਹੁਣ 3-3 ਮਹੀਨੇ ਪਹਿਲਾਂ ਸ਼ਿਕਾਇਤ ਹੋਣ ਲੱਗ ਜਾਂਦੀ ਆ, ਜਿਹਦੀ ਕਿ ਬਹੁਤ ਵੱਡੀ ਸਮੱਸਿਆ। ਤੇ ਕੋਈ ਇਹਦੇ ਬਾਰੇ ਵੀ ਜ਼ਰੂਰੀ ਚਾਨਣਾ ਪਾਓ, ਨਾਲੇ ਇਹਦੇ ਬਾਰੇ ਕੋਈ ਅਸਲ ਦਵਾਈ ਦਾ ਵੀ ਮਤਲਬ ਵੀ ਦੱਸੋ ਵੀ ਇਹਦੇ ਬਾਰੇ ਕੀ ਦਵਾਈ ਹੈ। ਠੀਕ ਹੈ ਜੀ, ਬਹੁਤ ਵਾਜਬ ਸਵਾਲ ਕੀਤਾ ਤੁਸੀਂ। ਸਾਡੇ ਪਸ਼ੂ ਗੱਭਣ ਨੇ ਤੇ ਉਹ ਪਿੱਛਾ ਮਾਰ ਜਾਂਦੇ, ਜਿਹਨੂੰ ਕਿ ਅਸੀਂ ਪ੍ਰਲੈਪਸ ਕਹਿੰਦੇ ਹਾਂ। ਇਹ ਮੈਂ ਦੱਸਣਾ ਚਾਹੁੰਦਾ ਸਾਡੇ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ, ਕਿ ਇਹ ਇੱਕ ਜੱਦੀ ਬਿਮਾਰੀ ਹੈ। ਜਿਸ ਮੱਝ 'ਚ ਹੋਊਗੀ ਉਹਦੀ ਗਾਹਾਂ ਧੀਆਂ ਨੂੰ ਹੋਣ ਦੀ ਇਹਦੇ ਬਹੁਤ ਚਾਂਸਿਸ ਨੇ।
ਤੇ ਇਸ ਕਰਕੇ ਇਹਦਾ ਕੋਈ ਪੱਕਾ ਇਲਾਜ ਨਹੀਂ। ਮੈਂ ਤੁਹਾਨੂੰ ਦੱਸਦਾ, ਟੀਕਾ ਤੁਸੀਂ ਲਾਓ ਤੇ ਇਸ ਬਿਮਾਰੀ ਤੋਂ ਆਪਾਂ ਨਿਜਾਤ ਪਾਈਏ, ਇਹੋ ਜਿਹਾ ਕੋਈ ਇਲਾਜ ਨਹੀਂ। ਇਹਦਾ ਸਾਨੂੰ ਪ੍ਰਬੰਧ ਵਧੀਆ ਕਰਨਾ ਪਊਗਾ। ਜਿਸ ਪਸ਼ੂ 'ਚ ਇਹ ਤੁਹਾਨੂੰ ਪ੍ਰਲੈਪਸ ਜੀ ਹੋ ਰਹੀ ਹੈਗੀ, ਸ਼ਿਕਾਇਤ ਆ ਰਹੀ ਹੈ ਤੁਹਾਡੇ ਫਾਰਮ ਤੇ, ਪਹਿਲੇ ਇਹ ਸੁਨਿਸ਼ਚਿਤ ਕਰੋ ਕਿ ਸੰਤੁਲਿਤ ਖੁਰਾਕ ਮਿਲੇ, ਵਧੀਆ ਵੰਡ ਮਿਲੇ। ਵੰਡ 'ਚ ਕੀ ਹੁੰਦਾ ਹੈ ਕਿ ਤਿੰਨੋਂ ਆਪਾਂ ਅਨਾਜ ਪਾਣੀ ਹੈ, ਖਲਾਂ ਪਾਣੀਆਂ ਹੈ ਤੇ ਆਪਾਂ ਚੋਕਰ ਪਾਣੀ ਹੈ, ਧਾਤਾਂ ਦਾ ਚੂਰਾ ਪਾਣਾ ਤੇ ਲੂਣ ਪਾਣਾ ਹੈ। ਇਹ ਹਰੇਕ ਪਸ਼ੂ ਨੂੰ ਮਿਲਣਾ ਚਾਹੀਦਾ ਹੈ। ਜਿਹੜੇ ਗੱਭਣ ਪਸ਼ੂ ਹੁੰਦੇ ਹੈ, ਤੀਜੀ ਤਿਮਾਹੀ 'ਚ ਜਿਹੜਾ ਬੱਚਾ ਹੈਗਾ ਉਹਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈਗਾ ਤੇ 60-70% ਵਜਨ ਉਦੋਂ ਵੱਧਦਾ ਹੈਗਾ। ਉਸ ਵੇਲੇ ਜਿਹੜੀ ਉਹਦੀਆਂ ਜ਼ਰੂਰਤਾਂ ਬਹੁਤ ਹੁੰਦੀਆਂ ਨੇ। ਇਸ ਕਰਕੇ ਕਿਉਂਕਿ ਜਦ ਬੱਚੇ ਨੇ ਵਿਕਾਸ ਹੋਣਾ ਹੈ, ਉਹਦੀਆਂ ਹੱਡੀਆਂ ਵਧਣੀਆਂ ਹੈਗੀਆਂ ਉਹਦਾ, ਤੇ ਇਸ ਕਰਕੇ ਜਿਹੜੀ ਧਾਤਾਂ ਦਾ ਚੂਰਾ ਹੋਣਾ ਜਿਹੜਾ ਖੁਰਾਕ 'ਚ ਬਹੁਤ ਜ਼ਰੂਰੀ ਹੈ। ਜਿਹੜੇ ਗੱਭਣ ਜਾਨਵਰ ਹੈਗੇ, ਇਹ ਫੀਡ ਦੇ ਨਾਲ ਨਾਲ ਉਹਨੂੰ ਐਕਸਟਰਾ ਜਿਹੜਾ ਵਾਧੂ ਆਪਾਂ 50 ਗ੍ਰਾਮ ਜਾਂ ਇੱਕ ਛਟਾਂਗ ਧਾਤਾਂ ਦਾ ਚੂਰਾ ਦੇ ਸਕਦੇ ਹੋ, ਜਿਹੜਾ ਕਿ ਤੁਹਾਨੂੰ ਯੂਨੀਵਰਸਿਟੀ ਤੋਂ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਮਿਲ ਸਕਦਾ ਹੈਗਾ, ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲ ਸਕਦਾ ਹੈਗਾ। ਤੇ ਉਹ ਆਪਾਂ ਨੇ ਅੱਛੇ ਤੌਰ ਤੇ ਦੇਣਾ ਹੈ। ਤੇ ਜਿਹੜੇ ਗੱਭਣ ਪਸ਼ੂ ਹੈ ਉਹਦੇ ਨਾਲ ਨਾਲ ਉਹਨਾਂ ਦੀ ਥੋੜਾ ਵੰਡ ਵੀ ਜ਼ਿਆਦਾ ਦੇਣਾ ਹੈ ਕਿ ਬੱਚਿਆਂ ਨੂੰ ਜਿਹੜਾ ਵਿਕਾਸ ਹੋ ਰਿਹਾ ਹੈਗਾ। ਇਹਦੇ ਨਾਲ ਨਾਲ ਆਪਾਂ ਕੀ ਕਰਨਾ ਹੈ ਕਿ ਉਹ ਪਿੱਛੋਂ ਸਫਾਈ ਰੱਖੋ, ਗੰਦਗੀ ਨਾ ਰਵੇ ਤੇ ਉਸ ਪਸ਼ੂ ਨੂੰ ਜ਼ਿਆਦਾ ਨਾ ਰਜਾਓ। ਥੋੜੇ ਕਰਕੇ ਆਪਾਂ ਪੱਠਾ ਦਈਏ ਉਹਨੂੰ, ਤੇ ਨਾਲ ਹੀ ਜਿਹੜਾ ਪਿਛਲਾ ਪਾਸਾ ਉੱਚਾ ਕਰ ਦਈਏ। ਜੇ ਜ਼ਿਆਦਾ ਤੁਹਾਨੂੰ ਪ੍ਰਲੈਪਸ ਦੀ, ਜੇ ਭਰ ਪੈਣ ਦੀ ਸ਼ਿਕਾਇਤ ਹੁੰਦੀ ਹੈ ਤਾਂ ਸਾਨੂੰ ਰੱਸੀ ਬਘਿਆੜੀ ਵੀ ਲਾਣੀ ਪਊਗੀ ਤੇ ਆਪਾਂ ਦੇ ਨੇੜੇ ਦੇ ਡਾਕਟਰ ਨਾਲ ਸੰਪਰਕ ਵੀ ਕਰ ਸਕਦੇ ਹਾਂ। ਤੇ ਇਹਦੇ ਨਾਲ ਨਾਲ ਜੇ ਜ਼ਰੂਰਤ ਹੋਏਗੀ ਤਾਂ ਕੈਲਸ਼ੀਅਮ ਦੀ ਉਹ ਬੋਤਲ ਵੀ ਲਗਾਏਗਾ। ਤੇ ਉਸ ਨਾਲ ਤਾਂ ਮਤਲਬ ਕਹਿਣ ਦਾ ਮਤਲਬ ਕਿ ਇਸ ਬਿਮਾਰੀ ਦਾ ਪੱਕਾ ਇਲਾਜ ਨਹੀਂ, ਜੱਦੀ ਬਿਮਾਰੀ ਹੈ, ਪਰ ਪ੍ਰਬੰਧ ਜੇ ਵਧੀਆ ਕਰਕੇ ਆਪਾਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਡਾਕਟਰ ਸਾਹਿਬ, ਇੱਥੇ ਇੱਕ ਮੇਰਾ ਵੀ ਸਵਾਲ ਹੈ ਤੁਹਾਡੇ ਕੋਲੋਂ ਕਿ ਗਰਮੀ ਦੇ ਮੌਸਮ ਦੇ ਵਿੱਚ ਖਾਸ ਤੌਰ ਤੇ ਜੋ ਪਸ਼ੂ ਪਾਲਕ ਨੇ ਉਹ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਹਾਂ, ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਕਿਉਂਕਿ ਮੌਸਮ ਗਰਮੀ ਦਾ ਹੈ ਤੇ ਸਾਨੂੰ ਜੇਕਰ ਗਰਮੀ ਲੱਗਦੀ ਹੈ ਆਪਾਂ ਏਸੀ ਚਲਾ ਲੈਂਦੇ ਹਾਂ, ਠੰਡਾ ਪਾਣੀ ਪੀ ਲੈਂਦੇ, ਕੋਲਡ ਡਰਿੰਕ ਪੀ ਲੈਂਦੇ। ਪਸ਼ੂ ਬੇਜ਼ਬਾਨੇ ਨੇ, ਦੇਖੋ ਸਮਾਜ ਦੀ ਸੇਵਾ ਕਰਦੇ ਨੇ, ਸਾਨੂੰ ਜਿਹੜਾ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਆਂਡੇ, ਸਾਡੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ, ਪਰ ਉਹ ਬੋਲ ਨਹੀਂ ਸਕਦੇ। ਗਰਮੀ ਉਹਨਾਂ ਨੂੰ ਵੀ ਲੱਗਦੀ ਹੈ ਤੇ ਇਸ ਕਰਕੇ ਸਾਨੂੰ ਪ੍ਰਬੰਧ ਕਰਨਾ ਪਊਗਾ। ਉਹਦੇ ਵਿੱਚ ਕੀ ਹੋਊਗਾ? ਸੰਤੁਲਿਤ ਖੁਰਾਕ ਤੇ ਉਹਦੇ ਨਾਲ ਜਿਹੜਾ ਖੁੱਲ੍ਹਾ ਪਾਣੀ ਉਹਨਾਂ ਸਾਫ਼ ਸੁਥਰਾ ਮਿਲਣਾ ਚਾਹੀਦਾ ਹੈ। ਉਹਦੇ ਨਾਲ ਨਾਲ ਆਪਾਂ ਨੇ ਉਹਨੂੰ ਨਹਾਉਣਾ ਹੈਗਾ। ਗਰਮੀਆਂ 'ਚ ਨਹਾਉਣ ਦਾ ਜਿਹੜਾ ਹੈਗਾ ਤਾਂ ਕਿ ਉਹ ਸਰੀਰ 'ਚ ਠੰਡਾ ਰਵੇ, ਦਿਮਾਗ ਤੇ ਕੋਈ ਬੋਝ ਨਾ ਹੋਵੇ, ਲੂ ਤੋਂ ਬਚਾਈਏ। ਇਹਦੇ ਨਾਲ ਨਾਲ ਕਿਉਂਕਿ ਸਾਨੂੰ ਜੇ ਦੁੱਧ ਮਿਲਣਾ ਹੈਗਾ, ਜਦ ਪਸ਼ੂ ਨੇ ਸੂਣਾ ਹੈਗਾ ਤਾਂ ਹੀ ਸਾਨੂੰ ਦੁੱਧ ਮਿਲਦਾ ਹੈਗਾ, ਤੇ ਉਸ ਕਰਕੇ ਸਾਨੂੰ ਪਸ਼ੂ ਦਾ ਜਿਹੜਾ ਹੇਹਾ ਲੱਭਣਾ ਬਹੁਤ ਹੀ ਜ਼ਰੂਰੀ ਹੈ। ਹੇਹਾ ਲੱਭਣ ਵਾਸਤੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਹੈ, ਕਿਸਾਨ ਵੀਰ, ਕਈ ਵਾਰ ਤਾਂ ਇਹ ਵੀ ਕਹਿੰਦੇ ਨੇ ਕਿ ਗਰਮੀਆਂ 'ਚ ਮੱਝਾਂ ਹੁਣ ਨਹੀਂ ਬੋਲਦੀਆਂ, ਬਰਸਾਤਾਂ 'ਚ ਬੋਲਣਗੀਆਂ। ਮਾਫ ਕਰਨਾ, ਮੈਂ ਦੱਸਣਾ ਚਾਹੁੰਦਾ ਹਾਂ ਸਾਡੀਆਂ ਮੱਝਾਂ ਸਾਰਾ ਸਾਲ ਬੋਲਦੀਆਂ ਨੇ, ਪਰ ਗਰਮੀਆਂ 'ਚ ਥੋੜਾ ਬੋਲਣ ਦਾ ਸਮਾਂ ਇਹਨਾਂ ਦਾ ਚੇਂਜ ਹੋ ਜਾਂਦਾ ਹੈ, ਕਿਉਂਕਿ ਇਹਨਾਂ ਦਾ ਰੰਗ ਕਾਲਾ, ਮੁੜਕੇ ਵਾਲੇ ਮਸਾਮ ਘੱਟ ਹੁੰਦੇ ਨੇ। ਇਸ ਕਰਕੇ ਜਿਹੜਾ ਹੈ ਇਹਨੂੰ ਗਰਮੀ ਬਹੁਤ ਲੱਗਦੀ ਹੈ, ਤਾਂ ਹੀ ਇਹ ਟੋਬੇ 'ਚ ਜਾਂਦੀ ਹੈ। ਤੇ ਗਈ ਮੱਝ ਟੋਬੇ 'ਚ ਆਪਾਂ ਆਮ ਕਹਾਵਤ ਵੀ ਹੈਗੀ ਹੈ ਸਾਡੀ, ਉਹ ਸਰੀਰ ਨੂੰ ਠੰਡਾ ਕਰਨ ਵਾਸਤੇ ਟੋਬੇ ਜਾਂਦੀ ਹੈ। ਇਸ ਕਰਕੇ ਜਿਹੜੇ ਪਸ਼ੂਆਂ ਨੂੰ, ਖਾਸ ਕਰ ਮੱਝਾਂ ਨੂੰ ਆਪਾਂ ਨੇ ਨਵਾਈਏ ਤੇ ਫੁਆਰਿਆਂ ਦਾ ਇੰਤਜ਼ਾਮ ਕਰੀਏ। ਤੇ ਨਾਲ ਹੀ ਜਿਹੜਾ ਆਪਾਂ ਹੇਹਾ ਲੱਭਣਾ ਹੈ ਉਹ ਤੜਕੇ 3-4 ਵਜੇ, 5 ਵਜੇ ਤੇ ਰਾਤ ਨੂੰ ਲੇਟ 10-11 ਵਜੇ, ਉਦੋਂ ਪਸ਼ੂ ਬੋਲਦਾ ਹੈ। ਮੱਝਾਂ ਸਾਰਾ ਸਾਲ ਬੋਲਦੀਆਂ ਨੇ, ਬੋਲਣ ਦਾ ਸਮਾਂ ਚੇਂਜ ਹੋ ਜਾਂਦਾ ਹੈ, ਉਦੋਂ ਕੋਈ ਦੇਖਦਾ ਨਹੀਂ ਤੇ ਸਾਡਾ ਨੁਕਸਾਨ ਹੋ ਜਾਂਦਾ ਹੈ। ਇੱਕ ਵਾਰ ਜੇ ਆਪਾਂ ਹੇਹਾ ਨਹੀਂ ਲੱਭਦੇ, ਆਸ ਨਹੀਂ ਕਰਾਂਦੇ, 9-10 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਸਾਡੀ ਦੁੱਧ ਪੈਦਾ ਕਰਨ ਦੀ ਜਿਹੜੇ ਸਾਡਾ ਪੈਸਾ ਬਹੁਤ ਲੱਗਦਾ। ਇਸ ਕਰਕੇ ਸਾਨੂੰ, ਮੈਂ ਚੇਚੇ ਤੌਰ ਤੇ ਕਹਿਣਾ ਹੈਗਾ, ਜਿਹੜੇ ਆਪਾਂ ਕਾਮੇ ਰੱਖੇ ਜਾਂ ਆਪਾਂ ਖੁਦ ਕੰਮ ਕਰਦੇ ਹਾਂ, ਆਪਾਂ ਜਾਈਏ ਆਪਣੇ ਪਸ਼ੂਆਂ ਨੂੰ ਰਾਤ ਨੂੰ ਜਾਂ ਤੜਕੇ ਜ਼ਰੂਰ ਵੇਖੀਏ, ਜਾਂ ਤੜਕੇ ਤੁਸੀਂ 6-7 ਵਜੇ ਵੀ ਜਾਂਦੇ ਜੋ ਪੂੰਛਾਂ ਤੇ ਤਾਰਾਂ ਲੱਗੀਆਂ, ਤੇ ਉਹਨੂੰ ਆਸ ਕਰਵਾ ਲੈਣਾ ਚਾਹੀਦਾ ਹੈਗਾ, ਡਿਲੇ ਨਹੀਂ ਕਰਨਾ ਚਾਹੀਦਾ। ਤੇ ਜਦੋਂ ਇੱਕ ਗੱਲ ਹੋਰ ਹੈਗਾ, ਲੱਭਣ ਵੇਲੇ ਪਸ਼ੂ ਭੁੱਖਾ ਨਹੀਂ ਹੋਣਾ ਚਾਹੀਦਾ। ਜਦੋਂ ਆਰਾਮ 'ਚ ਹੈ, ਉਗਾਲੀ ਕਰ ਰਿਹਾ ਹੈ, ਉਦੋਂ ਉਹਨੂੰ ਦੇਖਿਆ ਜਾਵੇ ਘੱਟੋ ਘੱਟ 2 ਤੋਂ 3 ਵਾਰ। ਤੇ ਤਾਂ ਇਹ ਜਿਹੜੀਆਂ ਗੱਲਾਂ ਦਾ ਸਾਨੂੰ ਗਰਮੀ ਤੋਂ ਬਚਾਉਣਾ, ਹੇਹੇ ਦਾ ਪ੍ਰਬੰਧ ਕਰਨਾ, ਇਹ ਸਾਨੂੰ ਬਹੁਤ ਜ਼ਰੂਰੀ ਹੈ। ਸਵਾਲ ਹੱਲੇ ਹੋਰ ਵੀ ਨੇ, ਪਰ ਇੱਥੇ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4 ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਮੌਜੂਦਾ ਸਥਿਤੀ ਦਾ ਦੁਧਾਰੂ ਪਸ਼ੂਆਂ ਤੇ ਕੀ ਅਸਰ ਪੈ ਰਿਹਾ ਹੈ ਉਸ ਬਾਰੇ ਗੱਲ ਅਸੀਂ ਕਰ ਰਹੇ ਹਾਂ ਤੇ ਸਾਡੇ ਨਾਲ ਡਾਕਟਰ ਹਰੀਸ਼ ਵਰਮਾ ਨੇ ਤੇ ਡਾਕਟਰ ਸਾਹਿਬ ਹੁਣ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ। ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਨਿਰਮਲ ਸਿੰਘ ਜੀ। ਨਿਰਮਲ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਅਸੀਂ ਸਵਾਲ ਇਹ ਜੀ ਗੌਠਮ ਫਾਰਮ ਬਾਰੇ ਅਸੀਂ ਪੁੱਛਣਾ ਜੀ। ਠੀਕ ਹੈ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਪੂਰਾ ਸਵਾਲ ਪੁੱਛੋ ਇੱਕ ਵਾਰੀ। ਗੌਡ ਫਾਰਮ ਬਾਰੇ ਦੱਸੋ ਜੀ। ਇੱਕ ਤੇ ਇਹਦਾ ਜੀ ਮਤਲਬ ਵੀ ਟ੍ਰੇਨਿੰਗ ਕਿੱਥੋਂ ਲਈ ਜਾਊਗੀ, ਬਾਕੀ ਸਰਕਾਰ ਇਹਦੇ ਬਾਰੇ ਕੋਈ ਕੀ ਸਬਸਿਡੀ ਵਗੈਰਾ ਦੇ ਰਹੀ ਜੀ? ਠੀਕ ਹੈ ਜੀ ਡਾਕਟਰ ਸਾਹਿਬ। ਹਾਂ, ਸਰਦਾਰ ਨਿਰਮਲ ਸਿੰਘ ਹੋਰਾਂ ਦਾ ਸਵਾਲ ਹੈਗਾ ਕਿ ਬੱਕਰੀ ਪਾਲਣ ਦਾ ਇਹ ਕੰਮ ਕਰਨਾ ਚਾਹੁੰਦੇ ਨੇ, ਕਿੱਥੋਂ ਸਿਖਲਾਈ ਲੈ ਸਕਦੇ ਨੇ? ਨਿਰਮਲ ਸਿੰਘ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ, ਜਿਹੜੀ ਕਿ ਲੁਧਿਆਣੇ 'ਚ ਕੰਮ ਕਰ ਰਹੀ ਹੈ, ਉੱਥੇ ਤੁਸੀਂ ਬੱਕਰੀ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋ। ਇਹ ਟ੍ਰੇਨਿੰਗ 1 ਹਫ਼ਤੇ ਦੀ ਹੁੰਦੀ ਹੈ ਤੇ ਇਹਦੇ 6 ਸੈਂਟਰ ਹੈਗੇ, ਜਿਹੜੇ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਖੇਤਰੀ ਖੋਜ ਸਿਖਲਾਈ ਕੇਂਦਰ, ਜਿਹੜੇ ਕਿ ਬਠਿੰਡਾ, ਸਾਡਾ ਤਲਵਾੜਾ ਸੈਂਟਰ ਹੈਗਾ, ਸਾਡਾ ਬਰਨਾਲਾ, ਮੋਹਾਲੀ ਤੇ ਤਰਨਤਾਰਨ, ਉੱਥੇ ਵੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਤੇ ਯੂਨੀਵਰਸਿਟੀ 'ਚ ਲੁਧਿਆਣੇ ਕੈਂਪਸ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਵਾਸਤੇ ਤੁਹਾਨੂੰ ਕੀ ਕਰਨਾ ਹੈ, ਕਿਸਾਨ ਵੀਰ ਨੂੰ, ਕਿ ਸਾਡੀ ਜਿਹੜੀ ਵੈਬਸਾਈਟ ਹੈ gadwasu.in www.gadwasu.in ਤੇ ਜਾ ਕੇ ਉੱਥੇ ਪੰਜਾਬੀ 'ਚ ਪਰਫਾਰਮਾ ਪਿਆ ਹੈ, ਉਹਨੂੰ ਡਾਊਨਲੋਡ ਕਰਕੇ ਭਰ ਕੇ ਉਸ ਪਤੇ ਤੇ ਸਾਡੇ ਕੋਲ ਭੇਜ ਦਿਓ। ਜਦੋਂ ਅਸੀਂ ਟ੍ਰੇਨਿੰਗ ਕਰਾਵਾਂਗੇ ਤੁਹਾਨੂੰ ਸੱਦਾਂਗੇ। ਉਹ 'ਚ ਫ਼ੋਨ ਨੰਬਰ ਦੇਣਾ ਬਹੁਤ ਜ਼ਰੂਰੀ ਹੈ। ਇਹਦੇ ਨਾਲ ਇਹ ਦੱਸਣਾ ਹੈ ਕਿ ਇਹ ਟ੍ਰੇਨਿੰਗ ਅਸੀਂ ਹਫ਼ਤੇ ਦੀ ਟ੍ਰੇਨਿੰਗ ਲੁਧਿਆਣੇ ਕਰਾਵਾਂਗੇ ਤੇ ਉੱਥੇ ਸਾਡਾ ਰਹਿਣ ਦਾ ਇੰਤਜ਼ਾਮ ਹੈ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਨਸਲ, ਜਿਵੇਂ ਕਿ ਸਾਡੀ ਪੰਜਾਬ ਦੀ ਨਸਲ ਹੈਗੀ ਬੀਟਲ ਨਸਲ, ਇਹਨੂੰ ਆਪਾਂ ਜਿਹੜਾ ਹੈ ਪਾਲਣਾ ਹੈ, ਕਿੱਥੋਂ ਇਹ ਜਾਨਵਰ ਲੈਣੇ ਹੈ, ਇਹਦਾ ਜਿਹੜਾ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ, ਖਲਾਈ ਪਲਾਈ ਕਿਹੋ ਜਿਹੀ ਹੋਣੀ ਚਾਹੀਦੀ ਹੈ, ਟੀਕਾਕਰਨ ਕੀ ਹੋਣਾ ਚਾਹੀਦਾ ਹੈ, ਫਸਟ ਏਡ ਕੀ ਹੋਣਾ ਚਾਹੀਦਾ ਹੈ, ਕਿਵੇਂ ਸਾਨੂੰ ਪਤਾ ਲੱਗੇ ਇਹ ਬਿਮਾਰ ਪਸ਼ੂ ਹੈ, ਇਹ ਸਿਹਤਮੰਦ ਪਸ਼ੂ ਹੈ, ਤੇ ਉਹਨੂੰ ਆਸ ਕਰਾਉਣ ਵੇਲੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ। ਤੇ ਇਹਦੇ ਵਿੱਚ ਇਹਦੇ ਨਾਲ ਅਸੀਂ ਫਾਰਮ ਤੇ ਵੀ ਥੋੜਾ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪਸ਼ੂ ਪਾਲਕ ਹੈਗਾ ਉਹ ਵਧੀਆ ਗੋਟ ਫਾਰਮਰ ਬਣ ਸਕੇ। ਇਹ ਜਿਹੜੀ ਹੈ ਬਹੁਤ ਵਧੀਆ ਕੰਮ ਹੈਗਾ ਬੱਕਰੀ ਪਾਲਣ ਦਾ, ਕਿਉਂਕਿ ਇੱਕ ਤਾਂ ਸਾਡੀ ਆਪਣੀ ਨਸਲ ਹੈਗੀ ਬੀਟਲ ਨਸਲ ਕਾਲੀ, ਜਿਹੜੀ ਜਿਹਨੂੰ ਆਪਾਂ ਅੰਮ੍ਰਿਤਸਰੀ ਬੱਕਰੀ ਵੀ ਕਹਿੰਦੇ ਆ, ਉਹਦੇ ਨਾਲ ਜਿਹੜੀ ਇਸ ਬੱਕਰੀ ਦਾ ਜਿਵੇਂ ਡੇਅਰੀ 'ਚ ਹੋ ਜਾਂਦਾ, ਜੇ ਕੱਟਾ ਆ ਜੇ ਤੇ ਬੱਚਾ ਆ ਜੇ ਫਿਰ ਸਮੱਸਿਆ ਹੋ ਜਾਂਦੀ ਹੈ। ਇਹਦੇ 'ਚ ਚਾਹੇ ਮੇਲ ਆ ਜੇ ਚਾਹੇ ਫੀਮੇਲ ਆ ਜੇ, ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਅਕਸਰ 2 ਹੁੰਦੇ ਹੈਗੇ ਹੈ। ਤੇ ਨਾਲ ਹੀ ਹੁਣ ਜਿਹੜੇ ਸਾਡੇ ਕਿਸਾਨ ਵੀਰ, ਉਹਨਾਂ ਨੇ ਬੱਕਰੀ ਦੇ ਦੁੱਧ ਦੇ ਵੀ ਗਾਹਾਂ ਪਦਾਰਥ ਬਣਾਏ ਨੇ, ਕਿਉਂਕਿ ਦੁੱਧ ਦੀ ਵੀ ਬਹੁਤ ਡਿਮਾਂਡ ਰਹਿੰਦੀ ਹੈ। ਗਾਹਾਂ ਕਈ ਵਾਰ ਡੇਂਗੂ ਆ ਜਾਂਦਾ ਹੈਗਾ ਸਮਾਜ 'ਚ, ਇਹ ਦੁੱਧ ਮਿਲਦਾ ਨਹੀਂ ਹੈਗਾ। ਯੂਨੀਵਰਸਿਟੀ ਵੱਲੋਂ ਅਸੀਂ ਪੈਕਟਾਂ 'ਚ ਪਾ ਕੇ ਜਿਹੜੇ ਹੈ ਸੁਸਾਇਟੀ ਨੂੰ ਉਪਲਬਧ ਵੀ ਕਰਾਉਂਦੇ ਆ। ਤੇ ਸਾਡੇ ਕੋਲ ਇੱਥੇ ਲੁਧਿਆਣੇ ਵੀ ਫਾਰਮ ਹੈਗਾ ਤੇ ਸਾਡੇ ਕੋਲ ਕਾਲਚਰਾਣੀ ਵੀ ਫਾਰਮ ਹੈ। ਇਸ ਕਰਕੇ ਬਹੁਤ ਵਧੀਆ ਕੀਤਾ ਹੈਗਾ ਤੇ ਤੁਸੀਂ ਯੂਨੀਵਰਸਿਟੀ ਦੇ ਨਾਲ ਜੁੜੋ, ਕਿਉਂਕਿ ਗਿਆਨ ਦੇ ਨਾਲ ਹੀ ਆਪਾਂ ਕੰਮ ਕਰ ਸਕਦੇ ਹਾਂ। ਤੇ ਗਿਆਨ, ਧਿਆਨ ਤੇ ਸਮਾਨ, ਇਹੀ 3 ਚੀਜ਼ਾਂ ਹੁੰਦੀਆਂ ਕਿੱਤੇ ਦੀਆਂ। ਜੇ ਗਿਆਨ ਤੁਹਾਡੇ ਕੋਲ ਹੈ, ਉਸ ਗਿਆਨ ਦੇ ਬੇਸ ਤੇ ਤੁਸੀਂ ਧਿਆਨ ਰੱਖਣਾ ਤੇ ਸਮਾਨ ਰੱਖੋਗੇ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ। ਗਾਹਾਂ ਇਹਦੇ ਪਦਾਰਥ ਬਣਾਉਣੇ, ਦੁੱਧ ਤੋਂ ਪਦਾਰਥ ਬਣਾਉਣੇ ਹੈ, ਮੀਟ ਤੋਂ ਪਦਾਰਥ ਬਣਨੇ ਆ, ਉਹਦੀ ਟ੍ਰੇਨਿੰਗ ਵੀ ਯੂਨੀਵਰਸਿਟੀ ਦਿੰਦੀ ਹੈ। ਯੂਨੀਵਰਸਿਟੀ ਨਾਲ ਸੰਪਰਕ ਕਰੋ। ਤੇ ਡਾਕਟਰ ਸਾਹਿਬ, ਕੁਝ ਹੋਰ ਖਾਸ ਹਦਾਇਤਾਂ, ਕਿਉਂਕਿ ਅਜਿਹੀ ਔਖੀ ਕੜੀ ਦੇ ਵਿੱਚ, ਜੋ ਤੁਸੀਂ ਪਸ਼ੂ ਪਾਲਕਾਂ ਨੂੰ ਦੇਣਾ ਚਾਹੋਗੇ? ਹਾਂ, ਪਸ਼ੂ ਪਾਲਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਗਰਮੀ ਦਾ ਮੌਸਮ ਹੈਗਾ, ਇਹਦੇ ਵਿੱਚ ਆਪਾਂ ਜਿਵੇਂ ਹੁਣ ਲੂ ਚੱਲ ਪਈ ਹੈਗੀ, ਕਾਫੀ ਜਿਹੜਾ ਤਾਪਮਾਨ ਜਿਹੜਾ ਹੈ, ਵਾਤਾਵਰਨ ਤਾਪਮਾਨ ਕਾਫੀ ਹੋ ਗਿਆ ਸੀ। ਲੂ ਤੋਂ ਆਪਾਂ ਪਸ਼ੂਆਂ ਨੂੰ ਬਚਾਉਣਾ ਹੈਗਾ ਤੇ ਆਪਾਂ ਨੇ ਖਲਾਈ ਪਲਾਈ ਉਦੋਂ ਕਰਨੀ ਹੈ ਜਦੋਂ ਮੌਸਮ ਠੰਡਾ ਹੁੰਦਾ। ਤੜਕੇ ਕਰੀਏ, ਸ਼ਾਮ ਨੂੰ ਕਰੀਏ, ਪਾਣੀ ਦਾ ਵਧੀਆ ਇੰਤਜ਼ਾਮ ਕਰੀਏ, ਪਲਾਨ ਦਾ ਸਾਫ਼ ਸੁਥਰਾ। ਤੇ ਉਹਦੇ ਨਾਲ ਜਿਹੜਾ ਹੈਗਾ ਕਿ ਆਪਾਂ ਨੇ ਨਹਾਉਣ ਦਾ ਇੰਤਜ਼ਾਮ ਕਰਨਾ ਹੈ। ਹੇਹਾ ਲੱਭਣਾ, ਇਹਨਾਂ ਨੂੰ ਹੇਹਾ ਲੱਭਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੇਹਾ ਲੱਭਣਾ, ਜੇ ਹੇਹਾ ਨਹੀਂ ਲੱਭਾਂਗੇ ਤੇ ਸਾਡੇ ਪਸ਼ੂ ਗੱਭਣ ਨਹੀਂ ਰਹਿਣਗੇ ਤੇ ਗਾਹਾਂ ਸਾਨੂੰ ਦੁੱਧ ਕਿਵੇਂ ਮਿਲੂਗਾ, ਸੂਗਾ ਨਹੀਂ। ਤੇ ਇਹਦੇ ਨਾਲ ਜਿਵੇਂ ਇਹ ਬਿਮਾਰੀ ਫੈਲੀ ਹੈ, ਬਾਇਓ ਸਿਕਿਉਰਿਟੀ ਦਾ ਸਾਨੂੰ ਧਿਆਨ ਜ਼ਰੂਰ ਰੱਖਣਾ ਪੈਣਾ। ਕੋਈ ਬਾਹਰਲਾ ਬੰਦਾ ਸਾਡੇ ਅੰਦਰ ਨਾ ਆਵੇ ਫਾਰਮ ਤੇ ਨਾ ਆਪਾਂ ਕੋਈ ਇਸ ਵੇਲੇ ਨਵਾਂ ਪਸ਼ੂ ਖਰੀਦੀਏ। ਜੇ ਖਰੀਦਣਾ ਹੈ ਤਾਂ ਸਾਨੂੰ ਕੁਆਰੰਟਾਈਨ ਕਰਨਾ ਪੈਣਾ, ਵੱਖਰੇ ਤੌਰ ਤੇ ਉਹਨੂੰ 2 ਹਫ਼ਤੇ ਰਹਿਣਾ ਪਏਗਾ, ਕੋਈ ਬਿਮਾਰੀ ਸਾਡੇ ਫਾਰਮ ਤੇ ਨਾ ਫੈਲੇ। ਬਾਇਓ ਸਿਕਿਉਰਿਟੀ ਤੇ ਸਾਡੇ ਜਿਹੜਾ ਮਾਲਕ ਹੈਗਾ, ਪਸ਼ੂ ਪਾਲਕ ਹੈਗਾ, ਆਪਣੇ ਫਾਰਮ ਦੀ ਜਿਹੜੀ ਚਾਰੋਂ ਪਾਸੇ ਦੀਵਾਰ ਜਾਂ ਜੋ ਵੀ ਇੰਤਜ਼ਾਮ ਆਪਾਂ ਕੀਤਾ ਹੈ, ਕੋਈ ਸਾਡਾ ਅਵਾਰਾ ਪਸ਼ੂ ਨਾ ਅੰਦਰ ਆ ਜੇ,
ਕੋਈ ਕੁੱਤਾ ਨਾ ਆ ਜੇ, ਕਈ ਵਾਰ ਉਹਦੇ ਕਰਕੇ ਵੀ ਪਰੇਸ਼ਾਨੀ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ। ਚੁਆਈ ਵਧੀਆ ਹੋਣੀ ਚਾਹੀਦੀ ਹੈ ਕਿ ਚੁਆਈ ਦਾ ਇੱਕ ਇਹੋ ਜਿਹਾ ਸਮਾਂ ਹੈ ਜਦੋਂ ਜਿਹੜੇ ਪਸ਼ੂ ਪਾਲਕ ਦੇ ਪੈਸੇ ਬਣਦੇ ਨੇ, ਜੇ ਚੁਆਈ ਵੇਲੇ ਵੀ ਆਪਾਂ ਕੁਤਾਹੀ ਕਰ ਜਾਂਦੇ ਤਾਂ ਗੜਬੜ ਹੋ ਜੂਗੀ। ਇਸ ਕਰਕੇ ਗਰਮੀ ਤੋਂ ਬਚਾਈਏ, ਮੌਸਮ ਤੋਂ ਬਚਾਈਏ, ਵਧੀਆ ਉਹਨਾਂ ਨੂੰ ਖਿਲਾਈਏ ਪਿਲਾਈਏ, ਪ੍ਰਬੰਧ ਉਹਦਾ ਵਧੀਆ ਕਰੀਏ ਤੇ ਵਧੀਆ ਚੁਆਈ ਕਰੀਏ, ਤੇ ਉਸ ਕਰਕੇ ਫਿਰ ਸਾਡਾ ਜਿਹੜਾ ਹੈ ਆਪਾਂ ਇਸ ਤੋਂ ਧੰਦੇ ਤੋਂ ਫਾਇਦਾ ਲਈਏ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਅਸੀਂ ਕਰਾਂਗੇ ਧਾਨੂਕਾ ਐਗਰੀਟੈਕ ਲਿਮਟਿਡ ਤੋਂ ਡਾਇਰੈਕਟਰ ਮਾਰਕੀਟਿੰਗ ਰਾਹੁਲ ਧਾਨੂਕਾ ਜੀ ਨਾਲ ਮੁਲਾਕਾਤ, ਤੇ ਨਾਲ ਹੀ ਹੋਣਗੇ ਟਿਪਸ ਫॉर ਟਰੈਕਟਰ ਵੀ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੇ ਸਾਡੇ ਸਹਿਯੋਗੀ ਨੇ ਖਾਸ ਗੱਲਬਾਤ ਕੀਤੀ ਧਾਨੂਕਾ ਐਗਰੀਟੈਕ ਲਿਮਟਿਡ ਦੇ ਡਾਇਰੈਕਟਰ ਮਾਰਕੀਟਿੰਗ ਰਾਹੁਲ ਧਾਨੂਕਾ ਜੀ ਨਾਲ, ਤੇ ਜਾਣਿਆ ਉਹਨਾਂ ਕੋਲੋਂ ਕਿ ਕਿਵੇਂ ਉਹ ਕਿਸਾਨੀ ਦੇ ਕਿੱਤੇ ਵਿੱਚ ਪ੍ਰਮੁੱਖ ਯੋਗਦਾਨ ਪਾ ਰਹੇ ਨੇ। ਮੇਰੇ ਨਾਲ ਇਸ ਵੇਲੇ ਮੌਜੂਦ ਨੇ ਰਾਹੁਲ ਧਾਨੂਕਾ ਐਗਰੀਟੈਕ ਦੇ ਡਾਇਰੈਕਟਰ ਮਾਰਕੀਟਿੰਗ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਧਾਨੂਕਾ ਹੈ ਕੀ, ਕਿਉਂਕਿ ਧਾਨੂਕਾ ਖੇਤੀਬਾੜੀ ਦੇ ਵਿੱਚ ਇੱਕ ਵੱਡਾ ਨਾਮ ਹੈ। ਰਾਹੁਲ ਜੀ बहुत बहुत स्वागत है। आखिर मैं जानना चाहूँगा पहले कि धानुका है क्या। मेरे अपने दर्शकों और किसान भाइयों को सत श्री अकाल। धानुका एग्रीटेक लिमिटेड 1980 में स्थापित की गई एग्री इनपुट कंपनी है और धानुका में हमारा प्रयास है कि देश भर के किसानों को हम बेहतरीन उत्पाद, बेहतरीन दवाइयाँ खेतीबाड़ी के लिए, किसानी के लिए उपलब्ध करा सकें, जिससे कि किसान अपना शानदार प्रोडक्ट बना सके, जिससे कि किसान अपनी खेती को बहुत अच्छी क्वालिटी का, कम रेसिड्यू का, पर्यावरण को कम नुकसान पहुंचाते हुए बेहतरीन उत्पाद ले सके और अच्छी क्वालिटी की खेती कर सके। इसके पीछे विज़न क्या था जब धानुका आप लोग लेके आए, तो विज़न क्या था इस प्रोडक्ट इसको लेके आने का। आज भारत के अंदर वैज्ञानिक रिसर्च कीटनाशकों के ऊपर काफ़ी कम है, इसलिए देश में उपलब्ध सभी कीटनाशक ज़्यादातर अमेरिका या जापान की R&D के ऊपर आधारित हैं। ये R&D पे आधारित उत्पाद किसानों तक पहुंचने का अच्छा ज़रिया ना होना धानुका को काफ़ी खला, और हमने जाकर के दुनिया भर की बेहतरीन कंपनियों से अनुबंध किया, टाई अप किया, और उनके विशिष्ट उत्पाद जो कि जापान, यूरोप या अमेरिका में उपलब्ध थे, सिर्फ वहाँ के किसानों को उपलब्ध थे, उन दवाइयों को लेकर के हम भारत के किसानों के लिए आए। आज भारत में पंजाब से लेकर के कश्मीर तक और कन्याकुमारी से लेकर के आसाम और गुजरात के खेतों में हम किसानों तक ये बेहतरीन प्रोडक्ट्स पहुंचाते हैं, ताकि किसान अपनी ज़्यादा से ज़्यादा यील्ड, ज़्यादा से ज़्यादा उपज अपने खेत से ले सके। प्रोडक्ट मैं जानना चाहूँ कि धानुका क्या क्या प्रोडक्ट किसानों के लिए लेकर आता है, जिससे किसान को खेती में भी फ़ायदा हो और उसकी जो यील्ड है वो भी बढ़ सके। वैसे तो करीब 90 से ज़्यादा प्रोडक्ट हम किसानों को कपास, धान, बासमती, मक्का, गन्ना, फलों और सब्जियों के लिए उपलब्ध कराते हैं। उसके अलावा मूंगफली और चाय बागानों के लिए, सेब के बगीचों के लिए और आंध्रा और तमिलनाडु के किसानों के लिए भी विशिष्ट उत्पाद हम उपलब्ध कराते हैं। ख़ास तौर पे इस समय जब अप्रवासी मज़दूरों की समस्या देश भर के किसान झेल रहे हैं, ऐसे में हमारे जापान से आए हुए विशेष खरपतवार नाशक जैसे कि सैम्प्रा, ये गन्ने और मक्के में मोथा जैसी समस्या को दूर करते हैं। कैंपा जो कि डायरेक्ट सीडेड राइस के लिए पंजाब में बड़ी मात्रा में डायरेक्ट सीडेड राइस का रकबा बढ़ाना पड़ रहा है किसानों को, क्योंकि रोपाई के लिए मज़दूर अवेलेबल नहीं है। ऐसे में कैंपा इस धान में से खरपतवार को ख़त्म करने के लिए बहुत ही कारगर जापानी दवाई है। उसके अलावा और कई विशिष्ट उत्पाद हमारा हर वर्ष कई यूनिवर्सिटीज़ के साथ भारत में अनुबंध रहता है, जिनके माध्यम से हम नए नए प्रोडक्ट्स लेके आते हैं। इस वर्ष भी 2 नए जापानी फफूंदी नाशक हम जल्दी ही बाज़ार में लाने वाले हैं किसानों के बीच। इस तरीके के कई उत्पाद किसानों को अलग अलग फसलों में और फसल के पूरे चक्र पे देने का हमारा प्रयास रहता है, ताकि किसान इस वैज्ञानिक तकनीकों का पूरा लाभ उठा सके। किसानों तक ये जानकारी पहुंचाने के लिए एक बहुत बड़ी टीम को हम ट्रेन करके तैयार करते हैं, और ये किसानों के घर घर जा कर के किसान को उत्पाद को प्रयोग में लाने के सही तरीके के बारे में ट्रेनिंग देती है। बासमती के किसानों के लिए, ख़ास तौर पे उन किसानों के लिए जिनका इरादा है ज़्यादा के लिए, उनके लिए लस्टर जैसा उत्पाद हमने उपलब्ध कराया। चाय बागानों के लिए और मिर्च में मकड़ी नाशक फॉस्टर, ये भी एक जापानी दवाई है। इसके अलावा मोटार
जो कि स्टेम बोरर और लीफ फोल्डर धान में ख़त्म करने के लिए एक बहुत ही शानदार दवाई है। इसके अलावा धानुका बहुत समय से खास तौर पे बासमती के किसानों के लिए कैल्डान, कासूबी, शीतमार जैसे प्रोडक्ट्स उपलब्ध कराता रहा है। हमारा प्रयास है कि किसान अपनी उत्पाद को बेहतरीन कर सके, ना केवल यील्ड के मायने में पर क्वालिटी के मामले में भी। लस्टर से ट्रीटेड बासमती में हमारे प्रयोगों ने हमें बताया है कि मंडी में बासमती जो कि लस्टर से उपचारित होती है उसको बाकी लोगों के मुकाबले, बाकी ढेरियों के मुकाबले ज़्यादा बेहतरीन दाम मिलते हैं। इसके अलावा अगर मैं बात करूं कि अब जैसे कोरोना वायरस चल रहा है और उस बीच में से आपने भी कहा कि लेबर नहीं है, उन हालातों में आप किसानों को क्या सजेस्ट करना चाहेंगे? मेरा सबसे पहले किसानों को, अपने ज़मींदार भाइयों को ये निवेदन रहेगा कि कोरोना आज ऐसी बीमारी है जिसका देश में नहीं दुनिया में कोई इलाज अभी खोजा नहीं गया है। अपने और अपने परिवार को सुरक्षित रखें, ये सबसे बड़ी जिम्मेदारी हमारी बनती है। और जितना हम इस बीमारी को फैलने से रोकते हैं उतना ये सबके लिए सुरक्षित रहता है। मैं यहाँ पे अपने किसान भाइयों से उनकी किसानी से जरूर जुड़ी हुई एक दो बातें करना चाहूँगा। आप लोग ध्यान रखें कि कोई भी दवाई खरीदते हुए, चाहे खेतीबाड़ी की दवाई खरीद रहे हैं या अपने घर परिवार के लिए कोई दवाई खरीद रहे हैं, बिल ज़रूर लें। बिना बिल के किसी प्रकार की कोई दवाई ना खरीदें। जांच परख करके सही जगह से सही दवाई लें और उसके प्रयोग की मात्रा को समझ करके ही प्रयोग करें। सामाजिक दूरी बनाए रखें। दुकान में जाते हुए, किसी ट्रेनिंग प्रोग्राम में जाते हुए सामाजिक दूरी बनाए रखें। धानुका अपनी तरफ से किसानों के लिए कई ट्रेनिंग प्रोग्राम इंटरनेट के माध्यम से कर रहा है, जिन्हें हम EDKM, ई धानुका कृषि मित्र कार्यक्रम का नाम दे करके किसानों को इनवाइट कर रहे हैं। ऐसे कार्यक्रमों के बारे में धानुका टीम या धानुका डिस्ट्रीब्यूटर से जानकारी लेकर के इन ट्रेनिंग प्रोग्राम्स में ज़रूर शिरकत करें और धानुका की नई तकनीकी के बारे में जानकारी लें। ਬਿਲਕੁਲ ਇਹ ਸਾਡੇ ਨਾਲ ਰਾਹੁਲ ਜੀ ਸਨ ਜੋ ਕਿ ਦੱਸ ਰਹੇ ਨੇ ਕਿ ਧਾਨੂਕਾ ਕਿਸ ਤਰੀਕੇ ਦੇ ਨਾਲ ਖੇਤੀ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੈ। ਉਹਨਾਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਵੀ ਦੱਸਿਆ ਕਿ ਇੱਕ ਬਕਾਇਦਾ ਟੀਮ ਕੰਮ ਕਰ ਰਹੀ ਹੈ, ਜੋ ਕਿ ਤੁਸੀਂ ਆਪਣੇ ਨਜ਼ਦੀਕੀ ਦੁਕਾਨਦਾਰ ਕੋਲ ਜਾ ਕੇ, ਰਿਟੇਲਰ ਕੋਲ ਜਾ ਕੇ ਪਤਾ ਕਰ ਸਕਦੇ ਹੋ ਤੇ ਡਿਜੀਟਲ ਰਾਹੀਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਮੋਬਾਈਲ ਤੇ ਇੰਟਰਨੈਟ ਦੇ ਰਾਹੀਂ ਉਸ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ। ਕੈਮਰਾ ਪਰਸਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਗੁੜਗਾਉਂ। नमस्कार। ਮੈਂ ਰਾਹੁਲ ਧਾਨੂਕਾ ਜੀ ਦੇ ਕਿਸਾਨੀ ਨੂੰ ਲੈ ਕੇ ਨੇ ਬਹੁਤ ਹੀ ਪ੍ਰੋਮਿਸਿੰਗ ਪਲਾਨ, ਤੇ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹੋ, ਇਸ ਲਈ ਪੇਸ਼ ਨੇ ਟਿਪਸ ਫॉर ਟਰੈਕਟਰ। ਤੇ ਹੁਣ ਹਮੇਸ਼ਾ ਦੀ ਤਰ੍ਹਾਂ ਇਸ ਸੈਗਮੈਂਟ ਵਿੱਚ ਗੱਲ ਤੁਹਾਡੇ ਫਾਇਦੇ ਦੀ। ਅੱਜ ਗੱਲ ਕਰਾਂਗੇ ਕਿ ਸੋਨਾਲੀਕਾ ਟਰੈਕਟਰ ਦੀ ਮੁਰੰਮਤ ਦੇ ਦੌਰਾਨ ਕਿਸ ਤਰ੍ਹਾਂ ਦੀ ਸੁਰੱਖਿਆ ਤੁਸੀਂ ਅਪਣਾ ਸਕਦੇ ਹੋ। ਸਭ ਤੋਂ ਪਹਿਲਾਂ ਕੋਈ ਵੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜਨ ਨੂੰ ਬੰਦ ਕਰ ਦਿਓ। ਵੈਲਡਿੰਗ ਦਾ ਕੰਮ ਕਰਨ ਤੋਂ ਪਹਿਲਾਂ ਬੈਟਰੀ ਕਨੈਕਸ਼ਨ ਨੂੰ ਹਟਾ ਦਿਓ। ਗਰਮ ਹੋਣ ਤੇ ਰੇਡੀਏਟਰ ਦਾ ਢੱਕਣ ਨਾ ਖੋਲੋ ਜਾਂ ਪਹਿਲਾਂ ਰੇਡੀਏਟਰ ਦੇ ਪ੍ਰੈਸ਼ਰ ਨੂੰ ਕੱਢ ਦਿਓ। ਹਮੇਸ਼ਾ ਟਰੈਕਟਰ ਦੇ ਇੰਜਨ ਦੇ ਅੰਦਰ ਕੂਲੈਂਟ ਦੀ ਵਰਤੋਂ ਕਰੋ। ਹੁਣ ਤੁਹਾਨੂੰ ਦੱਸਦੇ ਹਾਂ ਡੀਜ਼ਲ ਸੇਵਰ ਯੂਨਿਟ ਦੇ ਬਾਰੇ, ਜੋ ਕਿ ਸੋਨਾਲੀਕਾ ਟਰੈਕਟਰਾਂ ਵਿੱਚ ਲੱਗੇ ਹੁੰਦੇ ਨੇ। ਜ਼ਿਆਦਾਤਰ ITL ਇੰਜਨਾਂ ਵਿੱਚ ਡੀਜ਼ਲ ਸੇਵਰ ਯੂਨਿਟ ਲੱਗੀ ਹੁੰਦੀ ਹੈ। ਹਾਈਡ੍ਰੋਲਿਕ ਪੰਪ ਨੂੰ ਮਸ਼ੀਨੀ ਰੂਪ ਵਿੱਚ ਲਗਾਓ ਅਤੇ ਹਟਾਓ, ਇਸ ਨਾਲ ਡੀਜ਼ਲ ਦੀ ਬਚਤ ਹੋਵੇਗੀ। ਇਹ ਸੋਨਾਲੀਕਾ ਦੀ ਆਪਣੀ ਪੇਟੈਂਟ ਤਕਨੀਕ ਹੈ। ਇਸ ਦੇ ਨਾਲ ਹਰ ਘੰਟੇ ਔਸਤਨ 400 ਮਿਲੀਲੀਟਰ ਤੱਕ ਡੀਜ਼ਲ ਦੀ ਬਚਤ ਹੁੰਦੀ ਹੈ, ਜਦੋਂ ਕਿ ਹਾਈਡ੍ਰੋਲਿਕ ਪੰਪ ਨਹੀਂ ਚੱਲਦਾ। ਇਹ ਢੁਆਈ ਵਿੱਚ ਅਤੇ ਜਦੋਂ ਹਾਈਡ੍ਰੋਲਿਕ ਲਿਫਟ ਦੀ ਜ਼ਰੂਰਤ ਨਾ ਹੋਵੇ ਤਾਂ ਬਹੁਤ ਲਾਹੇਵੰਦ ਤਰੀਕਾ ਹੁੰਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 93 195 92 96 9, ਇਸ ਉੱਤੇ ਤੁਸੀਂ ਮਿਸਡ ਕਾਲ ਵੀ ਕਰ ਸਕਦੇ ਹੋ ਜਾਂ WhatsApp ਕਰ ਸਕਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਤੁਸੀਂ ਵੇਖਣਾ ਭੁੱਲਿਓ ਨਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 4, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ, ਪਾਵਰਡ ਬਾਏ ਧਾਨੂਕਾ ਦਾ ਸੈਂਪਰਾ। ਅਗਲੇ ਹਫਤੇ ਫੇਰ ਹੋਵੇਗੀ ਮੁਲਾਕਾਤ, ਤੇ ਆਪਣਾ ਤੇ ਆਪਣਿਆਂ ਦਾ ਧਿਆਨ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦੇ ਹੋਏ ਚੰਗੀ ਤਰ੍ਹਾਂ ਰੱਖਿਓ। ਰੱਬ ਰਾਖਾ।